ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮਿਊਨਿਸਪਲ ਚੋਣਾਂ, ਜਮਹੂਰੀਅਤ ਅਤੇ ਜਨ ਅੰਦੋਲਨ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਕਿਸੇ ਵੀ ਦੇਸ਼ ਦੀ ਜਮਹੂਰੀਅਤ ਦੀ ਜਿਹੜੀ ਨੀਂਹ ਹੈ ਉਹ ਮਿਊਨਿਸਪਲ ਚੋਣਾਂ ਨੂੰ ਮੰਨਿਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਵੀ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਨਾਂ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਜੇਕਰ ਗੱਲ ਕਰੀਏ ਵਿਰੋਧੀ ਪਾਰਟੀਆਂ ਜਿਹੜਾ ਹੈ ਸੱਤਾਧਾਰੀ ਪਾਰਟੀ ਤੇ ਕਈ ਤਰ੍ਹਾਂ ਦੇ ਦੋਸ਼ ਲਾ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਇਹ ਕੀ ਦੋਸ਼ ਲਾ ਰਹੇ ਨੇ ਤੇ ਇਹ ਪੂਰਾ ਮਾਜਰਾ ਕੀ ਹੈ। ਇਹ ਬਹੁਤ ਹੀ ਦੁਖਦਾਈ ਪਹਿਲੂ ਹੈ ਹਿੰਦੁਸਤਾਨ ਦੀ ਰਾਜਨੀਤੀ ਦਾ, ਹਿੰਦੁਸਤਾਨ ਦੀ ਜਮਹੂਰੀਅਤ ਦਾ, ਹਿੰਦੁਸਤਾਨ ਦੀਆਂ ਸੰਵਿਧਾਨਕ ਸੰਸਥਾਵਾਂ ਦਾ। ਜਦੋਂ ਤਾਂ ਰਾਜਨੀਤਿਕ ਪਾਰਟੀਆਂ ਨੂੰ, ਰਾਜਨੀਤਿਕ ਧਿਰਾਂ ਨੂੰ ਆਪਣੇ ਹਿੱਤਾਂ ਦੀ, ਆਪਣੇ ਹੱਕਾਂ ਦੀ ਗੱਲ ਦੀ ਵਾਰੀ ਆਉਂਦੀ ਹੈ, ਉਦੋਂ ਤਾਂ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਉਦੋਂ ਤਾਂ ਉਹ ਕੇਂਦਰ 'ਤੇ ਇਹ ਤਵਾ ਲਾਉਂਦੇ ਨੇ ਵੀ ਰਾਜ ਸਰਕਾਰਾਂ ਨੂੰ, ਜਿਹੜਾ ਰਾਜਾਂ ਨੂੰ ਮਿਊਨਿਸਪਲ ਕਮੇਟੀਆਂ ਬਣਾਤਾ। ਜਦੋਂ ਮਿਊਨਿਸਪਲ ਕਮੇਟੀਆਂ ਜਾਂ ਪੰਚਾਇਤੀ ਚੋਣਾਂ ਦੀ ਗੱਲ ਆਉਂਦੀ ਹੈ ਤਾਂ ਹਾਲਾਤ ਇੱਥੋਂ ਤੱਕ ਨਿੱਘਰ ਜਾਂਦੇ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਹੁਕਮਰਾਨ ਧਿਰ, ਰਾਜ ਕਰਦੀ ਧਿਰ ਚੋਣਾਂ ਨਾ ਕਰਾ ਕੇ ਸਿਰਫ ਤੇ ਸਿਰਫ ਆਪਣੇ ਬੰਦਿਆਂ ਨੂੰ ਨਾਮਜ਼ਦ ਕਰ ਰਹੀ ਹੋਵੇ। ਸਾਡੇ ਕੋਲ ਇਸ ਲਈ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਦੀ ਹੀ ਉਦਾਹਰਨ ਹੈ। ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਸ ਵੇਲੇ ਸਾਲ 2008 ਤੇ 13 ਦੇ ਵਿੱਚ ਪੰਚਾਇਤਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ। ਸਾਲ 2010 ਤੇ 15 ਦੇ ਵਿੱਚ ਮਿਊਨਿਸਪਲ ਕਮੇਟੀਆਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ। ਉਹਨਾਂ ਚੋਣਾਂ ਦੇ ਵਿੱਚ ਬੰਦਿਆਂ ਦੇ ਕਤਲ ਵੀ ਹੋਏ। ਮੇਰੇ ਕੋਲ 500 ਪੇਜ ਦਾ ਇੱਕ ਪੁਲੰਦਾ ਪਿਆ ਜਿਹਦੇ ਵਿੱਚ ਸਿਰਫ ਅਖਬਾਰਾਂ ਦੀਆਂ ਕਾਤਰਾਂ ਨੇ ਜਿਹੜੀਆਂ ਇਹਨਾਂ ਚੋਣਾਂ ਨਾਲ ਸੰਬੰਧਿਤ ਨੇ। ਉਹਦੇ ਵਿੱਚ ਕਾਂਗਰਸ ਪਾਰਟੀ ਦੇ ਚਾਹੇ ਸੁਨੀਲ ਜਾਖੜ ਹੋਣ, ਚਾਹੇ ਉਸ ਵੇਲੇ ਦੇ PPP ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਹੋਣ, ਉਹਨਾਂ ਸਾਰਿਆਂ ਨੂੰ ਇਹ ਲੱਗਦਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਜਮਹੂਰੀਅਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਇਹ ਉਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਜਮਹੂਰੀਅਤ ਦਾ ਘਾਣ ਕਰਦੀ ਹੋਈ ਵਿਰੋਧੀ ਧਿਰਾਂ ਦੇ ਪਰਚੇ ਰੱਦ ਕਰਵਾ ਰਹੀ ਹੈ। ਉਹਨਾਂ ਨੂੰ ਕਾਗਜ਼ ਦਾਖਲ ਨਹੀਂ ਕਰ ਦਿੱਤਾ ਜਾ ਰਿਹਾ, ਉਹਨਾਂ ਦੇ ਹਮੈਤੀਆਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਨੇ। ਇਹ ਮੈਂ ਉਦਾਹਰਨਾਂ ਤਾਂ ਦੇ ਰਿਹਾ ਵੀ ਇਹਨਾਂ ਚੋਣਾਂ ਦੇ ਵਿੱਚ ਹੁਕਮਰਾਨ ਧਿਰਾਂ ਦਾ ਤੇ ਰਾਜਨੀਤਿਕ ਪਾਰਟੀਆਂ ਦਾ ਕਿਸ ਹੱਦ ਤੱਕ ਦਖਲ ਤੇ ਕਿਸ ਹੱਦ ਤੱਕ ਭੂਮਿਕਾ ਹੁੰਦੀ ਹੈ। ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਵੀ ਜਿਹੜਾ ਸਰਕਾਰੀ ਤੰਤਰ ਹੈ, ਖਾਸ ਕਰਕੇ ਪੁਲਿਸ, ਇੱਕ ਤਰ੍ਹਾਂ ਨਾਲ ਰਾਜ ਕਰਦੀ ਧਿਰ ਦਾ ਆਰਮਡ ਵਿੰਗ ਬਣ ਕੇ ਭੂਮਿਕਾ ਨਿਭਾਉਂਦਾ। ਕਈ ਥਾਵਾਂ 'ਤੇ ਇਹੋ ਜਿਹੇ ਦੋਸ਼ ਵੀ ਲੱਗਦੇ ਨੇ ਵੀ SHO ਜਾਂ DSP ਵਿਰੋਧੀ ਪਾਰਟੀਆਂ ਦੇ ਬੰਦਿਆਂ ਨੂੰ ਬੁਲਾ ਕੇ ਕਹਿੰਦਾ ਵੀ ਤੁਸੀਂ ਨੋਮੀਨੇਸ਼ਨ ਕਾਗਜ਼ ਭਰਨੇ ਹੈ ਜਾਂ ਨਹੀਂ ਭਰਨੇ, ਜਾਂ ਤੁਹਾਡੇ 'ਤੇ ਪਰਚਾ ਦਰਜ ਕੀਤਾ ਜਾਊ। ਇਸ ਤਰ੍ਹਾਂ ਦੇ ਦੋਸ਼ ਵੀ ਲੱਗਦੇ ਨੇ। ਇਹ ਜਮਹੂਰੀਅਤ ਦੇ ਵਿੱਚ ਬਹੁਤ ਹੀ ਮੰਦਭਾਗਾ ਹੈ। ਜੇ ਅਸੀਂ ਇਹਨਾਂ ਸੰਸਥਾਵਾਂ ਨੂੰ ਜਮਹੂਰੀਅਤ ਦੀ ਨੀਂਹ ਮੰਨਦੇ ਹਾਂ ਤਾਂ ਕਿਸੇ ਵੀ ਇਮਾਰਤ ਨੂੰ ਪੱਕੇ ਪੈਰੀਂ ਕਰਨ ਲਈ, ਉਹਦੀ ਉਮਰ ਲੰਬੀ ਕਰਨ ਲਈ ਨੀਂਹ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਜਮਹੂਰੀਅਤ ਦੀ ਨੀਂਹ ਦੀਆਂ ਜੜ੍ਹਾਂ ਦੇ ਵਿੱਚ ਤੇਲ ਕੌਣ ਦੇ ਰਿਹਾ ਹੈ, ਪਾਣੀ ਕੌਣ ਪਾ ਰਿਹਾ ਹੈ, ਇਹਨਾਂ ਤੱਥਾਂ ਤੋਂ ਸਾਨੂੰ ਭਲੀ ਭਾਂਤ ਜਾਣੂ ਹੋਣਾ ਚਾਹੀਦਾ ਹੈ। ਅਗਲੀ ਗੱਲ ਜਿਹੜੀ ਸਭ ਤੋਂ ਵੱਡੀ ਵਿਚਾਰਨ ਵਾਲੀ ਹੈ, ਜਦੋਂ ਪੰਜਾਬ ਦੀ ਜੇ ਅਸੀਂ ਗੱਲ ਕਰ ਲਈਏ, ਜੇ ਪੰਚਾਇਤ ਚੋਣਾਂ ਨੇ ਜਿਹੜੀਆਂ ਸਰਪੰਚਾਂ ਦੀਆਂ, ਪੰਚਾਂ ਦੀਆਂ ਜਾਂ ਬਲਾਕ ਸੰਮਤੀਆਂ ਦੀਆਂ, ਉਹ ਬਿਨਾਂ ਚੋਣ ਨਿਸ਼ਾਨ ਤੋਂ ਲੜੀਆਂ ਜਾ ਸਕਦੀਆਂ ਨੇ, ਤਾਂ ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਬਿਨਾਂ ਚੋਣ ਨਿਸ਼ਾਨ ਤੋਂ ਕਿਉਂ ਨਹੀਂ ਲੜੀਆਂ ਜਾਂਦੀਆਂ? ਇਹਨਾਂ ਚੋਣਾਂ ਦੇ ਵਿੱਚ ਇੱਜ਼ਤਦਾਰ ਬੰਦੇ, ਸਮਾਜ ਦੇ ਵਿੱਚ ਹਰ ਵਰਗ ਦੇ, ਹਰ ਖੇਤਰ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ, ਵਿਕਾਸ ਪੱਖੀ ਭੂਮਿਕਾ ਨਿਭਾਉਣ ਵਾਲੇ ਲੋਕਾਂ ਨੂੰ ਕਿਉਂ ਨਹੀਂ ਅੱਗੇ ਆਉਣ ਦਿੱਤਾ ਜਾਂਦਾ? ਕਿਉਂ ਉਹ ਕਿਨਾਰਾਕਸ਼ੀ ਕਰ ਰਹੇ ਨੇ? ਇਹ ਬਹੁਤ ਹੀ ਡੂੰਘੇ ਸਵਾਲ ਨੇ। ਉਹਦਾ ਇੱਕੋ ਇੱਕ ਕਾਰਨ ਹੈ ਵੀ ਰਾਜਨੀਤਿਕ ਧਿਰਾਂ ਦਾ ਇੱਕੋ ਇੱਕ ਏਜੰਡਾ ਰਹਿ ਗਿਆ, ਪਾੜੋ ਤੇ ਰਾਜ ਕਰੋ। ਕਿਉਂਕਿ ਜਦੋਂ ਚੋਣ ਨਿਸ਼ਾਨ 'ਤੇ ਲੜੀਆਂ ਜਾਣਗੀਆਂ ਤਾਂ ਲੋਕ ਆਪਣੇ ਆਪ ਧੜਿਆਂ 'ਚ ਵੰਡੇ ਗਏ। ਕਿਸਾਨ ਅੰਦੋਲਨ ਜਿਹੜਾ ਪੰਜਾਬ ਤੋਂ ਉੱਠਿਆ, ਇਸ ਵੇਲੇ ਦਿੱਲੀ ਬੈਠਾ ਹੈ, ਉਸ ਅੰਦੋਲਨ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵਿਲੱਖਣ ਗੱਲ ਨਿੱਤਰ ਕੇ ਸਾਹਮਣੇ ਆਈ, ਉਹ ਇਹ ਆਈ ਵੀ ਪਿੰਡਾਂ ਦੇ ਵਿੱਚੋਂ ਧੜੇਬੰਦੀ ਖਤਮ ਹੋਣ ਲੱਗੀ ਹੈ। ਕੀ ਸ਼ਹਿਰਾਂ ਦੇ ਵਿੱਚੋਂ ਧੜੇਬੰਦੀ ਨਹੀਂ ਖਤਮ ਹੋ ਸਕਦੀ ਜੇ ਪਿੰਡਾਂ 'ਚ ਹੋ ਰਹੀ ਹੈ? ਕੋਈ ਵੀ ਚੋਣ ਆਉਂਦੀ ਹੈ ਉਦੋਂ ਹੀ ਲੋਕਾਂ ਦੇ ਵਿੱਚ ਵੰਡੀਆਂ ਕਿਉਂ ਪਾਈਆਂ ਜਾਂਦੀਆਂ ਨੇ? ਕਿਉਂ ਨਹੀਂ ਲੋਕਾਂ ਨੂੰ ਇਕਜੁੱਟ ਰਹਿਣ ਦਿੱਤਾ ਜਾਂਦਾ? ਕਿਉਂਕਿ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਪਾੜ ਕੇ ਹੀ ਆਪਦੇ ਹਿੱਤ ਸੁਰੱਖਿਅਤ ਰੱਖ ਸਕਦੀਆਂ ਨੇਗੀਆਂ। ਹਾਲਾਂਕਿ ਚਾਹੀਦਾ ਇਹ ਸੀ ਵੀ ਅਜਿਹੀਆਂ ਚੋਣਾਂ ਨੇ ਜਿਹੜੀਆਂ
ਉਹ ਵੱਡੇ ਰਾਜਨੀਤਿਕ ਲੋਕਾਂ ਦਾ, ਵੱਡੀਆਂ ਰਾਜਨੀਤਿਕ ਪਾਰਟੀਆਂ ਦਾ ਸਿੱਧਾ ਦਖਲ ਨਹੀਂ ਹੋਣਾ ਚਾਹੀਦਾ। ਜੀ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਘਟਨਾ ਆਈ, ਜਲਾਲਾਬਾਦ ਦੇ ਵਿੱਚ ਇੱਕ ਘਟਨਾ ਵਾਪਰੀ। ਪਹਿਲੇ ਦਿਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਉੱਥੇ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਜਾਂਦੇ। ਦੂਜੇ ਦਿਨ ਜਦੋਂ ਸੁਖਬੀਰ ਸਿੰਘ ਬਾਦਲ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਨੇ, ਉਹ ਜਾਂਦੇ ਨੇ ਤਾਂ ਉੱਥੇ ਜ਼ਿਆਦਾ ਹੋ ਹੱਲਾ ਹੁੰਦਾ ਹੈ, ਪਥਰਾਅ ਹੁੰਦਾ ਹੈ, ਗੋਲੀ ਚੱਲਦੀਆਂ ਨੇ, ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਨੇਗੀਆਂ, ਜਿਹੜੀਆਂ ਕਿ ਬਹੁਤ ਹੀ ਮੰਦਭਾਗੀਆਂ ਨੇ। ਕਿਸੇ ਵੀ ਪਾਰਟੀ ਦਾ ਪ੍ਰਧਾਨ ਹੋਵੇ, ਉਸ ਤੇ ਇਸ ਤਰ੍ਹਾਂ ਦਾ ਹਮਲਾ ਜਮਹੂਰੀਅਤ ਦੇ ਵਿੱਚ ਇੱਕ ਸ਼ਾਂਤਮਈ ਦੌਰ ਦੇ ਵਿੱਚ ਨਹੀਂ ਜਿਹੜਾ ਮੰਨਿਆ ਜਾ ਸਕਦਾ, ਉਹਨੂੰ ਸਹੀ ਨਹੀਂ ਕਿਹਾ ਜਾ ਸਕਦਾ। ਇਸ ਲਈ ਸਰਕਾਰ ਨੂੰ ਆਪਦੇ ਪੱਧਰ ਤੇ ਇਹਦੀ ਜਾਂਚ ਵੀ ਕਰਾਉਣੀ ਚਾਹੀਦੀ ਹੈ। ਕਿਹਦਾ ਦੋਸ਼ ਹੈ? ਅਕਾਲੀਆਂ ਦਾ ਦੋਸ਼ ਹੈ, ਕਾਂਗਰਸੀਆਂ ਦਾ ਦੋਸ਼ ਹੈ? ਉਹ ਜਿਹੜੀ ਗੱਲ ਨਿੱਤਰ ਕੇ ਸਾਹਮਣੇ ਆਉਣੀ ਚਾਹੀਦੀ ਹੈਗੀ। ਜਿਹੜੀ ਸਭ ਤੋਂ ਵੱਡੀ ਗੱਲ ਹੈ ਆਤਿਸ਼, ਜਿਹੜੀ ਅਸੀਂ ਕਰਦੇ ਹਾਂ ਵੀ ਜਦੋਂ ਚਾਹੇ ਸਰਕਾਰ ਪਿਛਲੀ ਹੋਵੇ, ਚਾਹੇ ਸਰਕਾਰ ਹੋਣ ਵਾਲੀ ਹੋਵੇ, ਇਹਨਾਂ ਹੀ ਚੋਣਾਂ 'ਚ ਜੇ ਇਸ ਤਰ੍ਹਾਂ ਦੀ ਭੂਮਿਕਾ ਹੀ ਸਰਕਾਰਾਂ ਦੀ ਬਣ ਜਾਂਦੀ ਹੈ ਜਾਂ ਰਾਜਨੀਤਿਕ ਪਾਰਟੀਆਂ ਦੀ ਬਣ ਜਾਂਦੀ ਹੈ ਤਾਂ ਇਹ ਬਹੁਤ ਮੰਦਭਾਗਾ ਹੈ। ਅਤੇ ਸਾਡੀ ਜਿਹੜੀ ਇਹ ਜਮਹੂਰੀਅਤ ਦੀ ਨੀਂਹ ਮੰਨੀਆਂ ਜਾਂਦੀਆਂ ਸੰਸਥਾਵਾਂ ਨੇ, ਉਹਨਾਂ ਦੀ ਨੀਂਹ ਕਮਜ਼ੋਰ ਹੋਊਗੀ। ਇਸ ਲਈ ਇਹ ਜਿਹੜੀਆਂ ਚੋਣਾਂ ਨੇ, ਇਹ ਰਾਜਨੀਤੀ ਤੋਂ ਇੱਕ ਤਰ੍ਹਾਂ ਨਾਲ ਜਿਹੜੀ ਸਰਗਰਮ ਰਾਜਨੀਤਿਕ ਲੋਕਾਂ ਦੀ ਤੋਂ ਦੂਰ ਹੋਣੀਆਂ ਚਾਹੀਦੀਆਂ ਅਤੇ ਉਹਨਾਂ ਲੋਕਾਂ ਦਾ ਹੀ ਜਿਹੜਾ ਯੋਗਦਾਨ ਹੋਣਾ ਚਾਹੀਦਾ, ਉਹਨਾਂ ਦੀ ਮੋਹਰੀ ਭੂਮਿਕਾ ਹੋਣੀ ਚਾਹੀਦੀ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਯੋਗਦਾਨ ਪਾ ਸਕਦੇ ਨੇ ਵਿਕਾਸ 'ਚ। ਹੁਣ ਜੇ ਦੇਖੀਏ ਅਸੀਂ, ਸਫਾਈ ਦਾ ਬੁਰਾ ਹਾਲ ਹੈ, ਸੀਵਰੇਜ ਦਾ ਬੁਰਾ ਹਾਲ ਹੈ, ਗਲੀਆਂ ਦਾ ਬੁਰਾ ਹਾਲ ਹੈ, ਸੜਕਾਂ ਦਾ ਬੁਰਾ ਹਾਲ ਹੈ। ਵਿਕਾਸ ਵੱਲ ਕੋਈ ਧਿਆਨ ਨਹੀਂ। ਜਦੋਂ ਵਿਕਾਸ ਵੱਲ ਧਿਆਨ ਨਹੀਂ, ਸਿਰਫ ਚੋਣਾਂ ਜਿੱਤ ਕੇ ਹੀ ਪ੍ਰਧਾਨ ਬਣ ਕੇ ਜਾਂ MC ਬਣ ਕੇ ਕੀ ਖੱਟੂ ਬੰਦਾ ਜੇ ਵਿਕਾਸ ਨਹੀਂ ਹੋਣਾ। ਦਵਿੰਦਰ ਜੀ, ਅਸੀਂ ਗੱਲ ਕਰ ਰਹੇ ਹਾਂ ਜਮਹੂਰੀਅਤ ਦੀ। ਜਮਹੂਰੀਅਤ ਨੇ ਸਾਨੂੰ ਆਪਣੀ ਗੱਲ ਹਰ ਥਾਂ ਤੇ ਰੱਖਣ ਦਾ, ਕਿਸੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ, ਅੰਦੋਲਨ ਕਰਨ ਦੇ ਅਧਿਕਾਰ ਦਿੱਤੇ ਗਏ ਨੇ। ਤੇ ਗੱਲ ਕਰੀਏ ਤੇ ਕੱਲ੍ਹ ਦੀ ਇੱਕ ਉਦਾਹਰਨ ਆਈ ਹੈ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਇਸ ਸ਼ਾਂਤਮਈ ਢੰਗ ਨਾਲ ਚੱਲ ਰਹੇ ਜਿਹੜੇ ਜਨ ਅੰਦੋਲਨ ਬਾਰੇ ਕਈ ਨਵੇਕਲੇ ਸ਼ਬਦਾਂ ਨਾਲ ਜਿਹੜੀਆਂ ਹੈਗੀ ਟਿੱਪਣੀਆਂ ਕੀਤੀਆਂ ਨੇ। ਅਸੀਂ ਜਾਣਨਾ ਚਾਹਾਂਗੇ ਇਹ ਟਿੱਪਣੀਆਂ ਕੀ ਸੀ, ਕੀ ਉਹਨਾਂ ਨੂੰ ਸ਼ੋਭਾ ਦਿੰਦੀਆਂ ਸੀ ਇਹ ਟਿੱਪਣੀਆਂ? ਦੇਖੋ, ਜਦੋਂ ਅਸੀਂ ਮੁਲਕ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਮੁਲਕ ਦੀ ਜਮਹੂਰੀਅਤ ਦੀ ਗੱਲ ਕਰਦੇ ਹਾਂ, ਸੰਵਿਧਾਨ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਸਾਨੂੰ ਸੰਵਿਧਾਨ ਨੇ ਸ਼ਾਂਤਮਈ ਪ੍ਰਦਰਸ਼ਨ ਦਾ ਹੱਕ ਦਿੱਤਾ ਹੈ ਅਤੇ ਜਿਹੜਾ ਕਿਸਾਨ ਅੰਦੋਲਨ ਹੈ ਉਹ ਪੂਰੀ ਤਰ੍ਹਾਂ ਹੁਣ ਤੱਕ ਸ਼ਾਂਤਮਈ ਹੈ। ਕਿਸੇ ਵੀ ਅੰਦੋਲਨਕਾਰੀ ਨੇ, ਇੱਕ 26 ਜਨਵਰੀ ਦੀ ਘਟਨਾ ਨੂੰ ਛੱਡ ਦਈਏ, ਉਹਦੇ ਵਿੱਚ ਵੀ ਜਿਹੜੇ ਕਿਸਾਨ ਲੀਡਰਾਂ ਦਾ ਜਾਂ ਉਹਨਾਂ ਕਿਸਾਨਾਂ ਦਾ ਕੋਈ ਰੋਲ ਅਜੇ ਤੱਕ ਨਾ ਸਾਹਮਣੇ ਆਇਆ, ਨਾ ਹੀ ਦਿਖਾਈ ਦੇ ਰਿਹਾ ਜਿਹੜੇ ਇਸ ਅੰਦੋਲਨ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਨੇ। ਇਸ ਲਈ ਇਹ ਸ਼ਾਂਤਮਈ ਅੰਦੋਲਨ ਲੋਕਾਂ ਦਾ ਹੱਕ ਹੈ। ਜਦੋਂ ਮੁਲਕ 15 ਅਗਸਤ 1947 ਨੂੰ ਆਜ਼ਾਦ ਹੋਇਆ ਤਾਂ ਭਾਰਤੀਆਂ ਦੇ ਗਲੋਂ ਜਿਹੜਾ ਗੁਲਾਮੀ ਦਾ ਜੂੜਾ ਲਿਆ ਸੀ, ਉਹ ਮਹਾਤਮਾ ਗਾਂਧੀ ਵਰਗੇ ਸਾਡੇ ਦੇਸ਼ ਭਗਤਾਂ ਨੇ, ਭਗਤ ਸਿੰਘ ਵਰਗਿਆਂ ਦੀਆਂ ਕੁਰਬਾਨੀਆਂ ਨੇ, ਜਿਹੜੇ ਅੰਦੋਲਨ ਉਦੋਂ ਚੱਲੇ ਸੀ, ਉਹਨਾਂ ਅੰਦੋਲਨਾਂ ਸਦਕਾ ਹੀ ਮੁਲਕ ਆਜ਼ਾਦ ਹੋਇਆ ਸੀ ਅਤੇ ਅੱਜ ਅਸੀਂ ਉਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੌਜੂਦਾ ਸਰਕਾਰ ਹੈ, 2014 'ਤੇ ਜਿਹੜੀ ਸਰਕਾਰ ਆਈ ਹੈ, ਉਹ ਵੀ ਮੰਨਿਆ ਜਾਂਦਾ ਵੀ ਉਹਨਾਂ ਦਾ ਜਿਹੜੀ ਨੀਂਹ ਰੱਖੀ ਗਈ ਸੀ ਉਹ ਅੰਦੋਲਨ ਦੇ ਸਿਰ 'ਤੇ ਹੀ ਰੱਖੀ ਗਈ ਸੀ। ਚਾਹੇ ਉਹ ਅੰਦੋਲਨ ਉਹਨਾਂ ਨੇ ਰਾਮ ਮੰਦਰ ਬਣਾਉਣ ਲਈ ਰਥ ਯਾਤਰਾ ਦੇ ਰੂਪ 'ਚ ਕੱਢਿਆ ਹੋਵੇ, ਜਾਂ ਅਸੀਂ ਪੁਰਾਣੀਆਂ ਵੀਡੀਓ ਦੇਖ ਲਈਏ, ਪੁਰਾਣੀਆਂ ਖਬਰਾਂ ਦੇਖ ਲਈਏ, ਜਿੰਨੀਆਂ ਮਰਜ਼ੀ ਦੇਖ ਲਈਏ, ਚਾਹੇ ਉਹ ਮਹਿੰਗਾਈ ਦੇ ਮੁੱਦੇ 'ਤੇ ਹੋਵੇ, ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀਆਂ ਵੀਡੀਓ ਦੇਖ ਲਈਏ, ਚਾਹੇ ਉਹ ਤੇਲ ਕੀਮਤਾਂ 'ਤੇ ਹੋਵੇ, ਚਾਹੇ ਡਾਲਰ ਦੇ ਵੱਧਦੀ ਪ੍ਰਾਈਸ 'ਤੇ ਹੋਵੇ, ਤਾਂ ਉਹ ਸਾਰਿਆਂ ਦੇ ਵਿੱਚ ਜਿਹੜੀ ਉਹ ਗੱਲ ਕਰਦੇ ਨੇ, ਉਹਦੇ ਵਿੱਚ ਕੋਈ ਇਹੋ ਜਿਹੀ ਤਾਂ ਗੱਲ ਕਰਦੇ ਨਹੀਂ ਵੀ ਅੰਦੋਲਨ ਜਿਹੜਾ ਉਹ ਮੁਲਕ ਲਈ ਮਾੜਾ ਹੁੰਦਾ ਹੈ। ਇਸ ਲਈ ਜਿਹੜਾ ਸ਼ਾਂਤਮਈ ਅੰਦੋਲਨ ਹੈ ਉਹ ਹਰ ਮੁਲਕ ਦੀ ਜਮਹੂਰੀਅਤ ਦੀ ਖੁਰਾਕ ਮੰਨਿਆ ਜਾਂਦਾ ਹੈ। ਜੇ ਸਾਡੀ ਜਮਹੂਰੀਅਤ ਨੂੰ ਪੱਕੇ ਪੈਰੀਂ ਕੋਈ ਕਰਦਾ ਹੈ ਤਾਂ ਉਹ ਸਿਰਫ ਅੰਦੋਲਨ ਕਰਦੇ ਨੇ। ਅੰਦੋਲਨ ਦਾ ਮਤਲਬ ਕੀ ਹੁੰਦਾ ਹੈ? ਅੰਦੋਲਨ ਦਾ ਮਤਲਬ ਇਹ ਹੈ ਵੀ ਤੁਹਾਨੂੰ ਕਿਸੇ ਵੀ ਸਰਕਾਰ, ਚਾਹੇ ਉਹ ਰਾਜ ਸਰਕਾਰ ਹੈ, ਚਾਹੇ ਕੇਂਦਰ ਸਰਕਾਰ ਹੈ, ਉਹਦੇ ਫੈਸਲੇ ਤੁਹਾਨੂੰ ਪਸੰਦ ਨਹੀਂ। ਜੇ ਇੱਕਾ ਦੁੱਕਾ ਲੋਕ ਨਹੀਂ, ਇਹ ਲੱਖਾਂ ਲੋਕ ਜਿਹੜੇ ਨੇ ਉਹ ਅੰਦੋਲਨ ਕਰ ਰਹੇ ਨੇ ਇਸ ਵੇਲੇ। 200 ਤੋਂ ਵੱਧ ਕਿਸਾਨ ਜਿਹੜੇ ਹੈ ਉਹ ਆਪਣਾ ਬਲੀਦਾਨ ਦੇ ਚੁੱਕੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਜਾ ਚੁੱਕੀਆਂ ਨੇ, ਲੱਖਾਂ ਲੋਕ ਸੜਕਾਂ 'ਤੇ ਉਤਰਿਆ ਹੋਇਆ ਹੈ। ਕਿ ਇਹੋ ਜਿਹੇ ਅੰਦੋਲਨ ਨੂੰ ਜਿਹੜਾ ਜਨ ਅੰਦੋਲਨ ਬਣਦਾ ਦਿਖਾਈ ਦੇ ਰਿਹਾ ਹੋਵੇ, ਇੱਕ ਤੋਂ ਵੱਧ ਸੂਬਿਆਂ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਿਆ ਹੋਵੇ, ਉਸ ਨੂੰ ਹੁਕਮਰਾਨ ਧਿਰ ਜਾਂ ਸਰਕਾਰ ਜਾਂ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਮੰਤਰੀ ਨਜ਼ਰ ਅੰਦਾਜ਼ ਕਰ ਦੇਣ, ਇਹ ਗੱਲ
ਜਮਹੂਰੀਅਤ ਲਈ ਤੇ ਸਾਡੇ ਸੰਵਿਧਾਨ ਲਈ ਸ਼ੁਭ ਨਹੀਂ ਮੰਨੀ ਜਾਂਦੀ, ਇਹ ਮੰਦਭਾਗੀ ਕਹੀ ਜਾ ਸਕਦੀ ਹੈ। ਦਵਿੰਦਰ ਜੀ, ਜੋ ਹੁਣ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਡੈਡਲੌਕ ਬਣ ਗਿਆ ਇਹ ਜਨ ਅੰਦੋਲਨ ਦੇ ਵਿੱਚ, ਤੁਹਾਨੂੰ ਲੱਗਦਾ ਵੀ ਕਿ ਆਉਣ ਵਾਲੇ ਦਿਨਾਂ 'ਚ ਗੱਲਬਾਤ ਸਿਰੇ ਚੜ੍ਹ ਸਕੇਗੀ, ਜਾਂ ਕੇਂਦਰ ਕੀ ਜਿਹੜੀ ਹੈ ਨਵੀਂ ਪ੍ਰਪੋਜ਼ਲ ਕਿਸਾਨ ਜਥੇਬੰਦੀਆਂ ਨੂੰ ਦੇਵੇਗਾ? ਜਿਹੜੀ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਆਤਿਸ਼, ਇੱਕ ਹੁੰਦੀ ਹੈ ਪਰਸੈਪਸ਼ਨ, ਇੱਕ ਹੁੰਦੀ ਹੈ ਇਨਫੋਰਮੇਸ਼ਨ। ਜਿਹੜੀ ਦੋਨੋਂ ਗੱਲਾਂ ਨੂੰ ਜੇ ਅਸੀਂ ਅੰਦਾਜ਼ਾ ਲਾ ਲਈਏ, ਜਿਸ ਤਰ੍ਹਾਂ ਮੰਤਰੀ ਵੀ ਕਹਿ ਰਹੇ ਨੇ, ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਵੀ ਮੈਂ ਇੱਕ ਫੋਨ ਕਾਲ ਦੀ ਦੂਰੀ 'ਤੇ ਹਾਂ, ਹਾਲਾਂਕਿ ਕੰਡੀਲੀਆਂ ਤਾਰਾਂ ਵਿਛਾ ਦਿੱਤੀਆਂ ਗਈਆਂ, ਕਿੱਲਾਂ ਲਾ ਦਿੱਤੀਆਂ ਗਈਆਂ ਸੜਕਾਂ 'ਤੇ, ਉਹ ਵੱਖਰੀ ਗੱਲ ਹੈ। ਪਰ ਹੁਣ ਜਿਵੇਂ ਉਹ ਉਧਰ ਨੂੰ ਵੱਧ ਰਹੇ ਹੈ, ਚਾਹੇ ਉਹ ਇੰਟਰਨੈਟ ਬਹਾਲੀ ਦੀ ਗੱਲ ਹੋਵੇ, ਚਾਹੇ ਉਹ ਮੁੰਡਿਆਂ ਦੇ ਜਿਹੜੇ ਜੇਲ੍ਹਾਂ 'ਚ ਫੜੇ ਸੀਗੇ, ਹਵਾਲਾਤ ਦਿੱਤੇ ਸੀ, ਉਹਨਾਂ ਦੀਆਂ ਜ਼ਮਾਨਤਾਂ ਦੀ ਗੱਲ ਹੋਵੇ, ਗੱਲ ਲੱਗਦਾ ਵੀ ਉਸ ਗੱਲ ਨੂੰ ਪਾਸੇ ਨੂੰ ਵੱਧ ਰਹੀ ਹੈ ਗੱਲਬਾਤ, ਵੀ ਤਾਂ ਜੋ ਦੁਬਾਰਾ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਗੱਲਬਾਤ ਦੇ ਮੇਜ਼ 'ਤੇ ਇਕੱਠੇ ਹੋ ਕੇ ਜਿਹੜੀ ਉਹਨੂੰ ਡੈਡਲੌਕ ਹੈ ਉਹਨੂੰ ਖ਼ਤਮ ਕਰਕੇ ਅੱਗੇ ਵਧਾਇਆ ਜਾ ਸਕੇ। ਜਿਹੜੀਆਂ ਅੰਦਰੂਨੀ ਖਬਰਾਂ ਨੇ ਉਹ ਇਹ ਆ ਰਹੀਆਂ ਨੇ ਵੀ ਹੁਣ ਭਾਰਤ ਸਰਕਾਰ ਵੀ ਚਾਹੁੰਦੀ ਹੈ, ਕਿਉਂਕਿ ਜਿਹੜਾ ਇਹ ਅੰਦੋਲਨ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਜੇ ਦੇਖਿਆ ਜਾਵੇ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਮਹਾਪੰਚਾਇਤਾਂ ਹੋਈਆਂ ਕਿਸਾਨਾਂ ਦੀਆਂ, ਖਾਪਾਂ ਦੀਆਂ ਮਹਾਪੰਚਾਇਤਾਂ ਹੋਈਆਂ ਨੇ, ਉਹਨਾਂ ਨਾਲ ਭਾਰਤੀ ਜਨਤਾ ਪਾਰਟੀ ਦੀਆਂ ਦੋ ਸਰਕਾਰਾਂ ਲਈ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਲਈ ਖਤਰਾ ਵਧਿਆ ਬਿਨਾਂ ਸ਼ੱਕ। ਪੰਜਾਬ ਨੂੰ ਹਾਲਾਂਕਿ ਉਹ ਤਿੰਨਾਂ 'ਚ ਆਪਦੇ ਲਈ ਮੰਨਦੇ ਨਹੀਂ ਰਾਜਨੀਤਿਕ ਤੌਰ 'ਤੇ, ਉਹਨਾਂ ਨੂੰ ਲੱਗਦਾ ਵੀ ਸਾਡੀ ਇੱਥੇ ਉਹ ਗੱਲ ਹੈ ਨਹੀਂ, ਪਰ ਜੋ ਉੱਤਰ ਪ੍ਰਦੇਸ਼ ਜਿਹੜਾ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੋਂ ਚੁਣ ਕੇ ਆਉਂਦੇ ਨੇ ਅਤੇ ਉੱਥੋਂ ਦੀਆਂ ਸੀਟਾਂ ਵੀ ਮੁਲਕ ਦੇ ਵਿੱਚ ਸਭ ਤੋਂ ਵੱਧ ਨੇ। ਇਸ ਲਈ ਲੱਗ ਰਿਹਾ ਹੈ ਵੀ ਉੱਤਰ ਪ੍ਰਦੇਸ਼ ਤੇ ਜਿਹੜਾ ਕਿਸਾਨਾਂ ਦਾ ਐਡਾ ਵੱਡਾ ਇਕੱਠ ਹੋਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਈ ਖਤਰੇ ਦੀ ਘੰਟੀ ਹੈ। ਇਸ ਲਈ ਇਸ ਖਤਰੇ ਨੂੰ ਭਾਂਪਦਿਆਂ ਹੁਣ ਲੱਗਦਾ ਹੈ ਵੀ ਨਰਮ ਰਵੱਈਆ ਅਪਣਾ ਕੇ ਕਿਸਾਨ ਅੰਦੋਲਨ ਦਾ ਰੁਖ ਦੇਖ ਕੇ ਦੁਬਾਰੇ ਗੱਲਬਾਤ ਸ਼ੁਰੂ ਹੋਊਗੀ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।